श्री वाहिगुरु साहिब जी। कवन वडाई कह सकूं, बेअंत गुनी तक कर कृपा मोहि नाम देहो। नानक दर सरिता तेरे कवन कवन गुण कह कह गावां। तू साहिब गुणी निधान, तुमरी महिमा वरन न साकूं। तू ठाकुर ऊच भगवाना, तुमरी महिमा वरन न साकूं। तू ठाकुर ऊच भगवाना। परम सन्मान जोग जुगो जुग अटल शब्द गुरु बाणी के बोहित, राजान राज पानान पान, देवान देव उपमा महान सतगुरु धन धन श्री गुरु ग्रंथ साहब महाराज जी की पावन पवित्र हजूरी दे विच सुभाईमान होए बैठे सतसंगी जनों, सतगुरां ने पार कृपा की। अमृत वेले गुरु दर ते हाजरियां भरन दा सुभाग समा प्राप्त होया है। भगतां दी उचारण कीती हुई अमृत बाणी, जिस दी लड़ीवार विचार असी पिछले समय तो बड़े प्यार नाल सरवण करते आ रहे हाँ। विचार अधीन अज चौथा शब्द बिलावल राग दे विचों आपां विचारना है। नित उठ गोरी गागर आने, लीपत जियो गयो। ये पावन शब्द, इस पावन शब्द का मूल पाठ करांगे अते नाल ही जो विचार भगत जी ने साडे समक्ष रखे हैं उन्हां विचारां नूं समझण दा यतन करांगे। मनोवृत्तियां एकागर करो, आओ प्रेम नाल लवाओ हाजरियां, झुकाओ शीस, फतेह दी सान करो। आखो जी वाहिगुरू जी का खालसा, वाहिगुरू जी की फतेह। बिलावल बिलावल नित उठ गोरी गागर आने, नित उठ गोरी गागर आने। लीपत जियो गयो, लीपत जियो गयो। ताना बाना कछु न सूझै, ताना बाना कछु न सूझै। हर हर रस लपटियो, हर हर रस लपटियो। हमारे कुल कोने राम कहो, हमारे कुल कोने राम कहो। जब की माला लई निपोते, जब की माला लई निपूते। तब ते सुख ना भयो, तब ते सुख न भयो। रहाओ रहाओ सुनो जठानी सुनो दरानी, सुनो जिठानी सुनो देरानी। अचर्ज एक भयो, अचर्ज एक भयो। सात सूत
ਇਨ ਮੁੰਡੀਏ ਖੋਏ। ਸਾਤ ਸੂਤ ਇਨ ਮੁੰਡੀਏ ਖੋਏ। ਇਹ ਮੁੰਡਿਆ ਕਿਉ ਨਾ ਮਯੋ। ਇਹ ਮੁੰਡਿਆ ਕਿਉ ਨ ਮੋਇਓ। ਸਰਬ ਸੁਖਾਂ ਕਾ ਏਕ ਹਰਿ ਸੁਆਮੀ। ਸਰਬ ਸੁਖਾਂ ਕਾ ਏਕ ਹਰਿ ਸੁਆਮੀ। ਸੋ ਗੁਰ ਨਾਮ ਦਿਓ। ਸੋ ਗੁਰ ਨਾਮ ਦਿਓ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ। ਹਰ ਨਾਖਸ ਨਖ ਵਿਦਰਿਓ। ਹਰ ਨਾਕਸ ਨਖ ਬਿਦਰਿਓ। ਕਰ ਕੇ ਦੇਵ ਪਿਤਰ ਕੀ ਛੋਡੀ। ਕਰ ਕੇ ਦੇਵ ਪਿਤਰ ਕੀ ਛੋਡੀ। ਗੁਰ ਕੋ ਸ਼ਬਦ ਲਿਓ। ਗੁਰ ਕੋ ਸ਼ਬਦ ਲਿਓ। ਕਹਿਤ ਕਬੀਰ ਸਗਲ ਪਾਪ ਖੰਡਨ। ਕਹਿਤ ਕਬੀਰ ਸਗਲ ਪਾਪ ਖੰਡਨ। ਸੰਤਾਂ ਲੈ ਉਧਰਿਓ। ਸੰਤਾਂ ਲੈ ਉਧਰਿਓ। ਕਹਿਤ ਕਬੀਰ ਸਗਲ ਪਾਪ ਖੰਡਨ। ਕਹਿਤ ਕਬੀਰ ਸਗਲ ਪਾਪ ਖੰਡਨ। ਸੰਤਾਂ ਲੈ ਉਧਰਿਓ। ਸੰਤਾਂ ਲੈ ਉਧਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ 856 ਅੰਕ ਦੇ ਉੱਤੇ ਸੁਭਾਇਮਾਨ ਹੈ। ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਰਾਹੀਂ ਸਾਨੂੰ ਇਹ ਵਿਚਾਰ ਬਖਸ਼ਿਸ਼ ਕਰ ਰਹੇ ਹਨ ਵੀ ਸਾਡੀ ਕੁਲ ਦੇ ਵਿੱਚ ਕਦੇ ਕਿਸੇ ਨੇ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ। ਪਾਉਕਿਕ ਵਿਚਾਰ ਜੋ ਕਹਾਣੀਕਾਰਾਂ ਨੇ ਕਹਾਣੀ ਘੜੀ ਤੇ ਇਸ ਦੇ ਵਿੱਚ ਕਹਾਣੀਕਾਰਾਂ ਨੇ ਇਹ ਲਿਖ ਦਿੱਤਾ ਕਿ ਭਗਤ ਕਬੀਰ ਸਾਹਿਬ ਜੀ ਦੀ ਮਾਂ ਕਬੀਰ ਸਾਹਿਬ ਜੀ ਦੀ ਭਗਤੀ ਤੋਂ ਬਹੁਤ ਨਾਰਾਜ਼ ਰਹਿੰਦੀ ਹੈ ਕਿ ਇਹ ਭਗਤੀ ਕਿਉਂ ਕਰਦਾ ਹੈ। ਸਾਡੇ ਕੁਲ ਦੇ ਵਿੱਚ ਤਾਂ ਕਿਸੇ ਨੇ ਨਾਮ ਨਹੀਂ ਜਪਿਆ, ਇਹ ਜਪਨ ਪੈਦਾ ਹੋ ਗਿਆ। ਚੰਗਾ ਹੁੰਦਾ ਕਿ ਪਹਿਲੇ ਜਿਹੜੇ ਪੁੱਤਰ ਨੇ 7 ਉਹ ਮਰ ਗਏ ਹਨ ਤੇ ਇਹ ਵੀ ਮਰ ਜਾਂਦਾ, ਚੰਗਾ ਹੁੰਦਾ। ਪਰ ਅਸਲ ਦੇ ਵਿੱਚ ਇਸ ਸ਼ਬਦ ਦੇ ਰਾਹੀਂ ਭਗਤ ਜੀ ਇਹ ਸਾਨੂੰ ਵਿਚਾਰਾਂ ਦੱਸਣਾ ਚਾਹੁੰਦੇ ਹਨ। ਇੱਕ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਕਬੀਰ ਸਾਹਿਬ ਜਦੋਂ ਮਾਲਾ ਦੀ ਗੱਲ ਆਈ ਤਾਂ ਕਬੀਰ ਸਾਹਿਬ ਜੀ ਦੀ ਜਿਹੜੀ ਮਾਲਾ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਭਗਤ ਜੀ ਦੀ ਮਾਲਾ ਹੈ, ਸਿਮਰਨੀ ਹੈ, ਰਸਨਾ ਦੇ ਉੱਤੇ ਪ੍ਰਭੂ ਦੀ ਸਿਫਤ ਸਲਾਹ, ਉਸਦੇ ਗੁਣ, ਉਸਦਾ ਨਾਮ ਜਪਣਾ। ਕਿਉਂਕਿ ਭਗਤ ਜੀ ਬਾਹਰਲੇ ਭੇਖ ਨੂੰ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਔਰ ਇੱਥੇ ਤੱਕ ਕਹਿ ਦਿੱਤਾ ਕਿ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋਣਾ ਜਾਣਾ। ਲੋਕ ਪਰਮੇਸ਼ਰ ਨੂੰ ਖਿਡੌਣਾ ਸਮਝਦੇ ਨੇ ਪਰ ਮੇਰਾ ਰਾਮ ਖਿਡੌਣਾ ਨਹੀਂ। ਇਸ ਕਰਕੇ ਉਹਨਾਂ ਨੇ ਜੀਵਨ ਕਿਰਦਾਰ ਦੇ ਵਿੱਚੋਂ ਇਹ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਬੰਦਗੀ ਦਾ ਰਾਹ ਸਾਨੂੰ ਦਰਸਾਇਆ ਹੈ। ਕਿਉਂਕਿ ਇਸ ਸ਼ਬਦ ਦੇ ਵਿੱਚ ਜ਼ਿਆਦਾਤਰ ਜੋ ਕਹਾਣੀਕਾਰ ਉਹਨਾਂ ਨੇ ਇਹ ਕਹਾਣੀਆਂ ਬਣਾ ਕੇ ਘੜ ਦਿੱਤੀਆਂ ਕਿ ਕਬੀਰ ਦੀ ਮਾਂ ਬੰਦਗੀ ਵੱਲੋਂ ਆਪਣੀ ਨਫ਼ਰਤ ਜਿਹੜੀ ਹੈ ਉਹ ਜ਼ਾਹਿਰ ਕਰਦੀ ਹੈ ਔਰ ਬੜੀ ਵਧਾ ਚੜਾ ਕੇ ਗੱਲਾਂ ਸ਼ਬਦ ਦੇ ਬਾਬਤ ਲੋਕਾਂ ਨੇ ਲਿਖ ਦਿੱਤੀਆਂ। ਕਿਉਂਕਿ ਭਗਤ ਕਬੀਰ ਸਾਹਿਬ ਜੀ ਬੰਦਗੀ ਕਰਦੇ ਨੇ, ਉਹ ਮਨ ਨੂੰ ਪਸੰਦ ਨਹੀਂ ਹੈ। ਪਰ ਅਸਲ ਦੇ ਵਿੱਚ ਇਹ ਸਾਰੇ ਸ਼ਬਦ ਦੇ ਅੰਦਰ ਆਪਣੇ ਜੀਵਨ ਦੇ ਅੰਦਰ ਦੀ ਘਟਨਾਵਾਂ ਦਾ ਜ਼ਿਕਰ ਇੱਥੇ ਚੱਲ ਰਿਹਾ ਹੈ। ਇਸ ਕਰਕੇ ਭਗਤ ਜੀ ਆਖ ਰਹੇ ਨੇ, ਹਮਾਰੇ ਕੁਲ ਕੋਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੁੱਤੇ ਤਬ ਤੇ ਸੁਖ ਨਾ ਪਿਓ।
ਆਖਣ ਲੱਗੇ ਸਾਡੇ ਕੁਲ ਵਿੱਚ ਕਦੇ ਕਿਸੇ ਨੇ ਪਰਮਾਤਮਾ ਦਾ ਭਜਨ ਨਹੀਂ ਸੀ ਕੀਤਾ। ਕਹਿੰਦੇ ਜਦੋਂ ਦਾ ਮੇਰਾ ਪੁੱਤਰ ਭਗਤੀ ਵਿੱਚ ਲੱਗਾ ਤਦੋਂ ਤੋਂ ਸਾਨੂੰ ਕੋਈ ਸੁੱਖ ਨਹੀਂ ਰਿਹਾ। ਇਹ ਗੱਲ ਜੀਵਨ 'ਚ ਯਾਦ ਰੱਖਣਾ, ਭਗਤੀ ਹਮੇਸ਼ਾ ਸੁੱਖ ਦਿੰਦੀ ਹੈ। ਭਗਤੀ ਕਿਸੇ ਨੂੰ ਦੁੱਖ ਨਹੀਂ ਦਿੰਦੀ। ਭਗਤੀ ਇੱਕ ਐਸਾ ਸਾਧਨ ਹੈ ਜੀਵਨ ਵਿੱਚ ਜੋ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਦਿੰਦੀ ਹੈ, ਜਿਹੜਾ ਕਿ ਸਾਰੇ ਸੁੱਖਾਂ ਦਾ ਦਾਤਾ ਹੈ। ਔਰ ਦੂਜੀ ਗੱਲ, ਭਗਤੀ ਜਿਹੜੀ ਹੈ ਉਹ ਮਾਲਾ ਨਾਲ ਨਹੀਂ ਹੋ ਸਕਦੀ। ਭਗਤਾਂ ਨੇ ਆਪ ਕਿਹਾ, ਗੁਰੂ ਸਾਹਿਬਾਨਾਂ ਨੇ ਕਿਹਾ ਵੀ ਮਾਲਾ ਫੜ ਕੇ ਭਗਤੀ ਨਹੀਂ ਹੋ ਸਕਦੀ। ਭਗਤੀ ਤਾਂ ਰਸਨਾ ਨਾਲ ਉਸ ਪਰਮਾਤਮਾ ਦੀ ਸਿਫਤ ਕੀਤੀ ਜਾਏ, ਔਰ ਤਾਂ ਹੀ ਇਹ ਅਸਲ ਵਿੱਚ ਭਗਤੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਨੇ ਕਿ ਲੋਕਾਂ ਦਾ ਇਹ ਖਿਆਲ ਹੈ, ਲੋਕਾਂ ਦਾ ਇਹ ਮੰਨਣਾ ਹੈ, ਪਰ ਸੱਚ ਇਹ ਹੈ ਕਿ ਜਿਹੜੀ ਭਗਤੀ ਹੈ ਉਹ ਭਗਤੀ ਪਰਮਾਤਮਾ ਦੀ ਕੀਤੀ ਜਾਏ ਤਾਂ ਜੀਵਨ ਜਿਹੜਾ ਹੈ ਉਹ ਸਫਲਾ ਹੋ ਜਾਂਦਾ ਹੈ। ਔਰ ਗੁਰਬਾਣੀ ਵਿੱਚ ਬਾਰ-ਬਾਰ ਭਗਤੀ ਦੀ ਮੰਗ ਕੀਤੀ ਗਈ, ਕਿਉਂਕਿ ਸਾਡਾ ਜਿਹੜਾ ਸਫ਼ਰ ਹੈ, ਇਹ ਗੱਲ ਯਾਦ ਰੱਖਣਾ, ਭਗਤੀ ਕਰਕੇ ਪੂਰਾ ਹੋਣਾ ਹੈ। ਜਦੋਂ ਮਹਾਰਾਜ ਕਹਿੰਦੇ ਨਾ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਡਾ ਇਹ ਸਫ਼ਰ ਜਿਹੜਾ ਬੜਾ ਲੰਬਾ ਸਫ਼ਰ ਹੈ ਨਾ, ਜਿਹੜੇ ਅਸੀਂ ਭਟਕਦੇ ਭਟਕਦੇ ਯਾਤਰਾ ਵਿੱਚ ਤੁਰੇ ਹੋਏ ਹਾਂ, ਇਹ ਭਗਤੀ ਕਰਕੇ ਯਾਤਰਾ ਜਿਹੜੀ ਹੈ ਉਹ ਸੰਪੰਨ ਹੋਣੀ ਹੈ। ਭਗਤੀ ਤੋਂ ਬਿਨਾਂ ਜੇ ਭਗਤੀ 'ਚ ਨਾ ਲੱਗੇ, ਨਾ ਵਾਹਿਗੁਰੂ ਜੀ ਨੇ ਲਾਇਆ, ਇਹ ਸਾਡੀ ਇਹ ਯਾਤਰਾ ਪੂਰੀ ਨਹੀਂ ਹੋਣੀ। ਪਰ ਇੱਕ ਵਿਚਾਰ, ਇੱਕ ਖਿਆਲਾਤ ਜਿਹੜੇ ਸਨ ਉਹ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਦੇ ਰਾਹੀਂ ਬਿਆਨ ਕੀਤੇ ਨੇ। ਅਸਲ ਵਿੱਚ ਜਦੋਂ ਗੁਰਬਾਣੀ ਨੂੰ ਬਾਚਾਂਗੇ ਤਾਂ ਮਾਂ ਅੱਖਰ ਗੁਰਬਾਣੀ ਵਿੱਚ ਮਤ ਮਾਤਾ ਸੰਤੋਖ ਪਿਤਾ, ਗੁਰਬਾਣੀ ਵਿੱਚ ਮਤ ਕਿਹਨੂੰ ਕਹਿ ਗਿਆ, ਮਾਂ ਕਿਹਨੂੰ ਕਿਹਾ, ਮਤ ਨੂੰ, ਜੋ ਸਾਡੀ ਮਤ ਹੈ। ਦੋਨੇ ਹੀ ਕਨਸੈਪਟ ਗੁਰਬਾਣੀ 'ਚ ਆਉਣਗੇ, ਇੱਕ ਜਨਮ ਦੇਣ ਵਾਲੀ ਮਾਂ, ਇੱਕ ਮਤ ਰੂਪੀ ਮਾਂ। ਔਰ ਇਹ ਮਤ ਰੂਪੀ ਮਾਂ ਸਾਡੇ ਅੰਦਰ ਅਨੇਕਾਂ ਹੀ ਫੁਰਨਿਆਂ ਨੂੰ ਜਨਮ ਦਿੰਦੀ ਹੈ, ਜਿਹਦੇ ਵਿੱਚੋਂ ਅਨੇਕਾਂ ਹੀ ਫੁਰਨੇ ਰੂਪੀ ਪੁੱਤਰ ਪੈਦਾ ਹੁੰਦੇ ਹਨ, ਅਨੇਕਾਂ ਹੀ ਖਿਆਲਾਂ ਨੂੰ ਜਨਮ ਦਿੰਦੀ ਹੈ। ਇਸ ਕਰਕੇ ਇਹ ਕਨਸੈਪਟ ਬੜਾ ਸਮਝਣ ਵਾਲਾ। ਜਦੋਂ ਆਪਾਂ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਉੱਥੇ ਮਤ ਰੂਪੀ ਮਾਂ ਦੀ ਗੱਲ ਚੱਲ ਰਹੀ ਹੈ। ਇਹ ਮਤ ਰੂਪੀ ਮਾਂ, ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਕਿਉਂਕਿ ਸਤਿਗੁਰ ਮੈਨੂੰ ਮਿਲ ਪਿਆ। ਜਦੋਂ ਸਤਿਗੁਰ ਮਿਲੇਗਾ ਤਾਂ ਸਾਡੀ ਮਤ ਰੂਪੀ ਮਾਂ ਨੂੰ ਆਨੰਦ ਦੀ ਪ੍ਰਾਪਤੀ ਹੋਏਗੀ। ਜਾਂ ਅਸੀਂ ਕਹਿ ਸਕਾਂਗੇ ਹੁਣ ਮਤ ਮੈਨੂੰ ਆਨੰਦ ਆ ਗਿਆ, ਆਤਮਿਕ ਸੁੱਖ ਦੀ ਪ੍ਰਾਪਤੀ ਹੋ ਗਈ ਹੈ, ਕਿਉਂਕਿ ਇਹ ਸਾਰੀਆਂ ਗੱਲਾਂ ਜੀਵਨ ਦੇ ਵਿੱਚ ਆਪਣੇ ਨਾਲ ਜੋੜ ਕੇ ਔਰ ਸਮਝਣ ਵਾਲੀਆਂ ਨੇ। ਕਿਉਂਕਿ ਗੁਰੂ ਕੀ ਭਗਤੀ ਵਿੱਚ, ਪਰਮਾਤਮਾ ਦੀ ਸਿਫਤ ਸਲਾਹ ਵਿੱਚ ਸਾਨੂੰ ਜਿੰਨਾ ਚਿਰ ਅਸੀਂ ਆਪਣੇ ਸਰੀਰ ਦੇ ਪਰਿਵਾਰ ਨਾਲ ਨਹੀਂ ਜੁੜਦੇ, ਉਨਾ ਚਿਰ ਮਾਫ਼ ਕਰਨਾ, ਅਸਲ ਵਿੱਚ ਸਾਡੀ ਭਗਤੀ ਨਹੀਂ ਹੋ ਸਕਦੀ। ਕਿਉਂਕਿ ਕਈ ਵਾਰੀ ਅਸੀਂ ਉਸ ਪਰਿਵਾਰ ਨਾਲ ਜੁੜਦੇ ਹਾਂ ਜਿਸ ਪਰਿਵਾਰ ਵਿੱਚੋਂ ਸਾਡਾ ਜਨਮ ਹੋਇਆ, ਜਿਨ੍ਹਾਂ ਨੇ ਸਾਡਾ ਜਨਮ ਦਿੱਤਾ, ਜਿਸ ਪਰਿਵਾਰ ਦਾ ਅਸੀਂ ਹਿੱਸਾ ਹਾਂ। ਪਰ ਸਾਡਾ ਆਪਣਾ ਇੱਕ ਪਰਿਵਾਰ ਇਸ ਸਰੀਰ ਦੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਹਨ, ਜਿਸ ਨੂੰ ਕਿ ਭਗਤ ਕਬੀਰ ਸਾਹਿਬ ਨੇ ਆਖਿਆ ਕਿ ਸਭ ਪਰਿਵਾਰ ਚੜਾਇਆ ਬੇੜੇ। ਉਹ ਸਾਰਾ ਪਰਿਵਾਰ ਜਿਹੜਾ ਸਾਡੇ ਕਰਮ ਇੰਦਰੇ ਅਤੇ ਗਿਆਨ ਇੰਦਰਾਂ ਦੀ ਚਰਚਾ ਔਰ ਵਿਚਾਰ ਚਰਚਾ ਹੈ, ਉੱਥੇ ਗੱਲ ਹੈ। ਆਪਾਂ ਨੂੰ ਕਈ ਵਾਰੀ ਲੱਗਦਾ ਉੱਪਰੋਂ ਵੀ ਸ਼ਾਇਦ ਜਿਹੜੇ ਪਰਿਵਾਰ 'ਚ, ਕੁਟੁੰਬ 'ਚ ਅਸੀਂ ਰਹਿੰਦੇ ਹਾਂ, ਇਸ ਪਰਿਵਾਰ ਨੂੰ ਬੇੜੇ ਵਿੱਚ ਚੜਾਉਣ ਦੀ ਗੱਲ ਹੈ। ਨਹੀਂ, ਆਪਣੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਗੁਰੂ ਦੇ ਜਹਾਜ਼ ਚੜਾ ਲੈਣਾ ਪਾਓ, ਕਿ ਗੁਰੂ ਕੀ ਵਿਚਾਰਧਾਰਾ ਦੇ ਨਾਲ ਜੋੜ ਲੈਣਾ, ਉਸ ਵਿਚਾਰਧਾਰਾ ਦੇ ਧਾਰੀ ਕਰ ਲੈਣਾ। ਹੁਣ ਇਸ ਸ਼ਬਦ ਦੇ ਵਿੱਚ ਕਹਿਣ ਲੱਗੇ, ਨਿਤ ਉੱਠ ਗੋਰੀ ਗਾਗਰ ਆਨੈ, ਲੀਪਤ ਜੀਓ ਗਇਓ। ਆਖਣ ਲੱਗੇ ਇਹ ਜੁਲਾਹਾ ਪੁੱਤਰ ਰੋਜ਼ ਸਵੇਰੇ ਉੱਠ ਕੇ ਪਾਣੀ ਦੀ ਗਾਗਰ ਲਿਆਉਂਦਾ ਹੈ, ਪੋਚਾ ਫੇਰਦਾ ਹੈ, ਲੀਪਤ ਜੀਓ ਗਇਓ, ਫੇਰਦਾ ਹੋਇਆ ਖਪ ਜਾਂਦਾ ਹੈ। ਤਾਨਾ ਬਾਨਾ ਕਛੂ ਨਾ ਸੂਝੈ, ਹਰ ਹਰ ਰਸ ਲਪਟਿਓ। ਕਹਿੰਦੇ ਇਸਨੂੰ ਆਪਣੀ ਜਿਹੜੀ ਖੋਡੀ ਹੈ, ਬਾਹੋਗੇ ਜਿਹੜਾ ਭਗਤ ਕਬੀਰ ਸਾਹਿਬ ਕੰਮ ਕਰਦੇ ਨੇ, ਉਹ ਕੰਮ ਦੀ ਸੁਰਤ ਨਹੀਂ, ਉਹ ਸਦਾ ਹਰੀ ਦੇ ਰਸ ਵਿੱਚ ਮਗਨ ਰਹਿੰਦਾ ਹੈ, ਹਰੀ ਦੀ ਸਿਫਤ ਸਲਾਹ ਵਿੱਚ ਮਗਨ ਰਹਿੰਦਾ ਹੈ। ਅਸਲ ਵਿੱਚ
ਜੀਵਨ ਦੇ ਵਿੱਚ ਭਗਤ ਜੀ ਨੇ ਜਦੋਂ ਇਹ ਵਿਚਾਰ ਬਖਸ਼ੇ ਨਾ ਗੁਰੂ ਅਰਜਨ ਦੇਵ ਜੀ ਨੇ ਵੀ ਤੰਨਾ ਬੁੰਨਾ ਸਭ ਤਜੀਓ ਹੈ ਕਬੀਰ, ਜਾਂ ਜੋ ਤੰਨਾ ਬੁੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਉੱਥੇ ਤੰਨੇ ਬੁੰਨੇ ਦਾ ਅਰਥ ਸੀ ਕਿ ਉਹ ਜਿਹੜੀ ਮਾਇਆ ਦੀ ਪਕੜ ਸੀ ਉਹ ਛੱਡ ਦਿੱਤੀ, ਕਿਰਤ ਨਹੀਂ ਛੱਡੀ ਉਹਨਾਂ ਨੇ, ਕੰਮ ਨਹੀਂ ਛੱਡਿਆ। ਕਈ ਵਾਰੀ ਅਸੀਂ ਸੋਚਦੇ ਨੇ ਵੀ ਸ਼ਾਇਦ ਜੋ ਭਗਤ ਜੀ ਕਿਰਤ ਛੱਡ ਕੇ ਤੇ ਦੂਜੇ ਪਾਸੇ ਲੱਗੇ, ਕਈ ਵਾਰੀ ਇਸ ਤਰ੍ਹਾਂ ਦੀ ਵਿਚਾਰਾਂ ਦੀ ਤੁਸੀਂ ਸੁਣਦੇ ਕਿ ਸਾਡੇ ਮਨ 'ਚ ਖਿਆਲ ਪੈਦਾ ਹੁੰਦਾ ਹੈ, ਵਿਚਾਰ ਪੈਦਾ ਹੁੰਦੇ ਨੇ, ਸ਼ਾਇਦ ਭਗਤ ਜੀ ਨੇ ਆਪਣਾ ਜਿਹੜਾ ਕੰਮ ਸੀ ਨਾ, ਕਿਰਤ ਸੀ, ਉਹ ਛੱਡ ਦਿੱਤੀ। ਨਹੀਂ, ਉਹਨਾਂ ਨੇ ਮਾਇਆ ਦੇ ਮੋਹ ਨੂੰ ਤਿਆਗਿਆ, ਉਸ ਪਕੜ ਨੂੰ ਤਿਆਗ ਦਿੱਤਾ ਜਿਸ ਪਕੜ ਵਿੱਚ ਅਸੀਂ ਕੋਈ ਕੰਮ ਕਰਦੇ ਹਾਂ। ਉਹ ਕਹਿੰਦੇ ਇਹ ਸਾਰੇ ਕੰਮ ਸਾਡੇ ਫਰਜ਼ ਨੇ, ਔਰ ਇੱਕ ਨਿਰਵਾਣ ਹੋ ਕੇ, ਨਿਰਸਵਾਰਥ ਹੋ ਕੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿੱਥੇ ਕਿਰਤ ਕੀਤੀ ਉੱਥੇ ਕਰਤੇ ਦੀ ਕੀਰਤੀ ਕਰਨ ਵਾਸਤੇ ਜੋ ਸਾਡੀ ਮਨੁੱਖਾ ਜੀਵਨ ਦਾ ਮਕਸਦ ਹੈ ਉਸ ਵਿੱਚ ਲੱਗੇ। ਇਸ ਕਰਕੇ ਭਗਤ ਜੀ ਕਹਿਣ ਲੱਗੇ, ਕਹਿੰਦੇ ਨੇ ਤਾਨਾ ਬਾਨਾ ਕਛੂ ਨਾ ਸੁਝੇ। ਮੇਰੀ ਮਾਂ ਕਹਿੰਦੀ ਹੈ ਕਿ ਇਹਨੂੰ ਕੁਛ ਸੁਝਦਾ ਨਹੀਂ ਹੈ, ਆਓ ਕਿ ਇਸ ਨੂੰ ਆਪਣੇ ਕਿਰਤ ਦੀ ਕੋਈ ਫਿਕਰ ਹੀ ਨਹੀਂ ਹੈ, ਔਰ ਪਰਮਾਤਮਾ ਦੇ ਰਸ ਵਿੱਚ ਹੀ ਲਪਟਿਆ ਰਹਿੰਦਾ। ਅਸਲ ਵਿੱਚ ਸਾਡੇ ਅੰਦਰ ਦੀ, ਜੇ ਆਪਾਂ ਅੰਦਰ ਦੇ ਪਰਿਵਾਰ ਦੀ ਗੱਲ ਕਰਾਂਗੇ, ਸਾਡੀ ਜਿਹੜੀ ਮੱਤ ਹੈ ਉਹ ਸਾਡੀ ਮੱਤ ਬਾਹਰਲੇ ਪਦਾਰਥਾਂ ਦੇ ਨਾਲ ਜ਼ਿਆਦਾ ਜੁੜੀ ਹੋਈ ਹੈ। ਤੁਸੀਂ ਜਦੋਂ ਬੰਦਗੀ ਕਰਨ ਬੈਠੋ, ਪ੍ਰਭੂ ਦੀ ਸਿਫਤ ਸਲਾਹ ਕਰੋ, ਬਾਣੀ ਨੂੰ ਵਿਚਾਰੋ, ਤੇ ਇਹ ਮੱਤ ਕਈ ਵਾਰੀ ਬਾਗੀ ਹੋ ਜਾਂਦੀ ਹੈ। ਤੁਸੀਂ ਜੇ ਆਤਮਿਕ ਤੌਰ ਤੋਂ ਰਸ ਲੈਣਾ ਚਾਹੋ ਤਾਂ ਇਹ ਮਤ ਸਾਨੂੰ ਰਸ ਲੈਣ ਨਹੀਂ ਦਿੰਦੀ। ਸਾਡੇ ਫੁਰਨੇ, ਸਾਡੇ ਖਿਆਲ, ਸਾਡੀ ਮਤ ਵਿੱਚ ਉਪਜੇ ਹੋਏ ਇਹ ਜਿਹੜੇ ਵਿਚਾਰ ਨੇ, ਇਹ ਸਾਨੂੰ ਰੱਬ ਦੇ ਨੇੜੇ ਨਹੀਂ ਹੋਣ ਦਿੰਦੇ। ਇਸ ਕਰਕੇ ਭਗਤ ਜੀ ਨੇ ਵਿਚਾਰ ਜਿਹੜੇ ਸਨ ਉਹ ਸਾਡੇ ਸਮਕਸ਼ ਰੱਖਦੇ ਹੋਏ ਆਖਣ ਲੱਗੇ ਕਿ ਇਸ ਤਰ੍ਹਾਂ ਦੀ ਇੱਕ ਵਿਚਾਰ ਜਿਹੜੀ ਹੈ ਉਹ ਅੰਦਰ ਚੱਲ ਰਹੀ ਹੈ। ਫਿਰ ਕਹਿਣ ਲੱਗੇ, ਕਹਿੰਦੇ ਇੱਥੇ ਹੀ ਬਸ ਨਹੀਂ, ਕਹਿੰਦੇ ਸੁਨੋ ਜਠਾਨੀ ਸੁਨੋ ਦੁਰਾਨੀ ਅਚਰਜ ਏਕ ਪਹਿਓ। ਹੇ ਮੇਰੀਓ ਦੁਰਾਨੀਓ ਜਠਾਨੀਓ ਸੁਣੋ, ਸਾਡੇ ਘਰ ਫਿਰ ਇਹ ਇੱਕ ਅਚਰਜ ਭਾਣਾ ਵਰਤ ਗਿਆ ਹੈ। ਅਚਰਜ ਏਕ ਪਹਿਓ, ਅਚਰਜ ਭਾਣਾ ਕੀ? ਕਹਿੰਦੇ ਨੇ ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡਿਆ ਕਿਉਂ ਨਾ ਮੈਂ। ਕਹਿੰਦੇ ਨੇ ਇਸ ਮੂਰਖ ਲੜਕੇ ਨੇ ਸੂਤ ਆਦਿਕ ਦਾ ਕੰਮ ਹੀ ਛੱਡ ਦਿੱਤਾ ਹੈ। ਇਸ ਨਾਲੋਂ ਤਾਂ ਇਹ ਮਰੀ ਜਾਂਦਾ ਤਾਂ ਚੰਗਾ ਸੀ, ਭਾਵ ਕਿ ਪਹਿਲਾਂ 7 ਮਰ ਚੁੱਕੇ ਨੇ। ਵੈਸੇ ਵਿਦਵਾਨਾਂ ਨੇ ਕੁਛ ਖਿਆਲ ਹੈ, ਇੱਕ ਦੋ ਵਿਦਵਾਨਾਂ ਦਾ, ਉਹ ਕਹਿੰਦੇ ਵੀ ਜਿਹੜੇ 7 ਨੇ, ਕਹਿੰਦੇ ਉਹਨਾਂ ਦੇ ਵਿੱਚੋਂ 5 ਜਿਹੜੇ ਨੇ ਸਤ ਸੰਤੋਖ ਦਇਆ ਧਰਮ ਖਿਮਾ ਤੇ ਮਨ ਤੇ ਮਤ, ਕਹਿੰਦੇ ਇਹ ਜੀਵਨ ਵਿੱਚੋਂ ਸਾਡੇ ਮਰ ਚੁੱਕੇ ਨੇ, ਠੀਕ ਹੈ ਨਾ। ਔਰ ਸਾਡੇ ਜੀਵਨ ਦੇ ਵਿੱਚੋਂ ਜਿਹੜਾ ਸੱਚ ਹੈ ਉਹ ਅਲੋਪ ਹੋ ਚੁੱਕਿਆ। ਪਰ ਭਗਤ ਜੀ ਇੱਥੇ ਇੱਕ ਦੁਨਿਆਵੀ ਉਦਾਹਰਨ ਦੇ ਕੇ ਵੀ ਇਸ ਤਰ੍ਹਾਂ ਦੀ ਜਿਹੜੀ ਇੱਕ ਵਿਚਾਰ ਹੈ ਕਿ ਮੇਰੀ ਮਾਂ ਕਹਿੰਦੀ ਹੈ ਕਿ ਹੇ ਦੁਰਾਨੀ, ਹੇ ਮੇਰੀ ਜਠਾਣੀ ਸੁਣੋ, ਇੱਕ ਕਹਿੰਦੇ ਅਚਰਜ ਕੋਤਕ ਵਰਤ ਗਿਆ ਕਿ ਇਸ ਮੂਰਖ ਮੁੰਡੇ ਨੇ, ਭਾਵ ਲੜਕੇ ਨੇ, ਸੂਤ ਆਦਿਕ ਦਾ ਕੰਮ ਛੱਡ ਦਿੱਤਾ ਤੇ ਇਹ ਕਿੱਥੇ ਖਚਿਤ ਹੋ ਗਿਆ? ਇਹ ਜੋ ਨਾਮ ਦੇ ਵਿੱਚ ਜੁੜ ਗਿਆ ਹੈ। ਇਸ ਕਰਕੇ ਚੰਗਾ ਹੁੰਦਾ ਜਿਵੇਂ 7 ਪਹਿਲੇ ਮਰੇ ਸੀ ਇੱਥੇ, ਤੇ ਇਹ ਵੀ ਮਰ ਜਾਂਦਾ ਤਾਂ ਚੰਗਾ ਹੁੰਦਾ, ਭਾਵ ਕਿ ਸੂਤ ਆਦਿਕ ਦਾ ਜਿਹੜਾ ਕੰਮ ਇਹਨੇ ਛੱਡ ਦਿੱਤਾ ਹੈ, ਤੇ ਇਹ ਜੇ ਇਹ ਵੀ ਮਰ ਜਾਂਦਾ ਤੇ ਕਹਿੰਦੇ ਚੰਗਾ ਹੁੰਦਾ। ਅਸਲ ਦੇ ਵਿੱਚ ਸਾਡੇ ਅੰਦਰ ਜੋ ਮਾਇਆ ਦੀ ਭਾਵਨਾ ਹੈ ਉਹ ਛੇਤੀ ਕਰਕੇ ਛੱਡੀ ਨਹੀਂ ਜਾਂਦੀ, ਪਰ ਜੇ ਉਸ ਅੰਦਰ ਦੇ ਮੋਹ ਨੂੰ ਤਿਆਗ ਦਈਏ, ਉਸ ਮੋਹ ਨੂੰ ਪਾਸੇ ਕਰ ਦਈਏ, ਤੇ ਖਿਆਲ ਕਰਨਾ ਜੀਵਨ ਦੇ ਵਿੱਚ ਸੱਚ ਪ੍ਰਗਟ ਹੋ ਸਕਦਾ ਹੈ। ਪਰ ਇਹ ਗੱਲ ਵੀ ਜੇ ਸਮਾਜਿਕ ਤੌਰ ਤੋਂ ਦੇਖਾਂਗੇ, ਪਰਿਵਾਰਿਕ ਤੌਰ ਤੋਂ ਵੇਖਾਂਗੇ, ਤੇ ਇਹ ਚੀਜ਼ਾਂ ਵੀ ਲੋਕਾਂ ਨੇ ਪ੍ਰਵਾਨ ਨਹੀਂ ਕੀਤੀਆਂ, ਕਿਉਂਕਿ ਲੋਕ ਤਾਂ ਚਾਹੁੰਦੇ ਇਹ ਨੇ ਕਿ ਮਨੁੱਖ ਜਿਹੜਾ ਹੈ ਉਹ ਸੰਸਾਰੀ ਤੌਰ ਤੋਂ, ਕਿਉਂਕਿ ਅੱਜ ਅਸੀਂ ਦੇਖਾਂਗੇ ਨਾ ਭਗਤੀ ਵੀ, ਜਦੋਂ ਅਸੀਂ ਗੱਲ ਕਰਦੇ ਨਾ ਵੀ ਬੱਚਾ ਜਿਹੜਾ ਉਹ ਗੁਰਮੁਖ ਹੋਵੇ,
ਪਰ ਸਾਡੇ ਵਾਸਤੇ ਗੁਰਮੁਖ ਇਤਨਾ ਹੀ ਅਸੀਂ ਸੋਚਦੇ ਹਾਂ ਵੀ ਗੁਰਮੁਖ ਇਤਨਾ ਕੁ ਹੋਣਾ ਚਾਹੀਦਾ ਵੀ ਗੁਰਦੁਆਰੇ ਮੱਥਾ ਟੇਕਦਾ ਹੋਵੇ, ਸਾਰਿਆਂ ਦੇ ਪੈਰ ਹੱਥ ਲਾਉਂਦਾ ਹੋਵੇ, ਨਮਸਕਾਰ ਸਤਿ ਸ਼੍ਰੀ ਅਕਾਲ ਕਰ ਲੈਂਦਾ ਹੋਵੇ। ਪਰ ਜੇ ਉਹ ਕਿਤੇ ਬਾਣੀ ਨੂੰ ਸਮਝਣ ਦਾ ਯਤਨ ਕਰੇ, ਉਸ ਮੁਤਾਬਿਕ ਜੀਵਨ ਦਾ ਯਤਨ ਕਰੇ, ਤੇ ਅਸੀਂ ਤਾਂ ਕਈ ਵਾਰੀ ਕਹਿੰਦੇ ਤੂੰ ਤਾਂ ਗੁਰਦੁਆਰੇ ਬਹਿ ਜਾ, ਤੂੰ ਤੇ ਭਾਈ ਬਣ ਜਾ। ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਜਿਹੜੇ ਨੇ ਇਸ ਪਾਸੇ ਲੱਗਣ, ਸਿਧਾਂਤ ਨੂੰ ਸਮਝਣ, ਵਿਚਾਰਧਾਰਾ ਨੂੰ ਸਮਝਣ। ਅਸੀਂ ਇਹ ਨਹੀਂ ਚਾਹੁੰਦੇ, ਸਿਰਫ ਅਸੀਂ ਚਾਹੁੰਦੇ ਵੀ ਹਾਂ ਤੇ ਸਿਰਫ ਇਤਨਾ ਚਾਹੁੰਦੇ ਹਾਂ ਬਸ ਇਹ ਮੱਥਾ ਟੇਕਣ ਜੋਗਾ ਹੋਵੇ, ਮੱਥਾ ਟੇਕ ਲਵੇ। ਉਸ ਨੂੰ ਅਸੀਂ ਸਮਝਦੇ ਵੀ ਲੋਕਾਂ ਦੀ ਨਜ਼ਰ 'ਚ ਗੁਰਮੁਖ ਹੋਵੇ, ਵੀ ਦੇਖੋ ਮੱਥਾ ਟੇਕਣ ਆਉਂਦਾ, ਪਾਠ ਵੀ ਕਰ ਲਵੇ, ਪਰ ਸਮਝਣ ਵਾਲਾ ਕਨਸੈਪਟ ਉਹ ਸਾਡੇ ਵਿੱਚ ਨਜ਼ਰ ਨਹੀਂ ਆਉਂਦਾ। ਇਸ ਕਰਕੇ ਇਹ ਜਿਹੜੀਆਂ ਵਿਚਾਰਾਂ ਨੇ, ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਮਾਂ ਕਹਿੰਦੀ ਹੈ, ਕਹਿੰਦੇ ਇਸ ਨਾਲੋਂ ਤਾਂ ਇਹ ਮਰ ਹੀ ਜਾਂਦਾ ਤਾਂ ਚੰਗਾ ਸੀ। ਜਦੋਂ ਅਸੀਂ ਸੱਚ ਦਾ ਮਾਰਗ, ਸੱਚੀ ਕਿਰਤ ਛੱਡ ਦਈਏ ਨਾ, ਉਸ ਦੇ ਨਾਲੋਂ ਤਾਂ ਮੌਤ ਚੰਗੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਹ ਆਪਣੇ ਜੀਵਨ ਦੇ ਵਿੱਚ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ। ਜੇ ਜਿੰਦੇ ਜੀ ਤੇਰੀ ਪਤਨੀ ਤੇ ਤੇਰਾ ਖਾਣਾ ਪੀਣਾ ਹਰਾਮ ਹੈ, ਇਹਦੇ ਨਾਲੋਂ ਮਰ ਜਾਣਾ ਚੰਗਾ ਹੈ। ਕਿਉਂਕਿ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਖਾਏ। ਇੱਥੇ ਤਾਂ ਸੋ ਜੀਵ ਹੈ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਇੱਥੇ ਉਹ ਜਿਉਂਦਾ ਜਿਸ ਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਜੇ ਉਹ ਨਹੀਂ ਵਸਦਾ ਤੇ ਮਨੁੱਖ ਉਹ ਮਰਿਆ ਹੋਇਆ ਹੈ, ਆਤਮਿਕ ਤੌਰ ਤੋਂ ਉਸ ਦੀ ਆਤਮਿਕ ਮੌਤ ਹੋਈ ਹੈ। ਫਿਰ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਨੇ ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਿਓ। ਜਿਸ ਪਰਮਾਤਮਾ ਨੇ ਕਹਿੰਦੇ ਨੇ ਸੰਸਾਰ ਦੇ ਵਿੱਚ ਸਾਨੂੰ ਸੁੱਖ ਦੇਣੇ ਹਨ, ਉਹੀ ਸਾਰੇ ਸੁੱਖਾਂ ਦਾ ਦਾਤਾ ਹੈ ਨਾ। ਸੁੱਖ ਦੇਣ ਵਾਲਾ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਕਹਿੰਦੇ ਉਸ ਦਾ ਨਾਮ ਮੈਂ ਕਬੀਰ ਨੂੰ ਮੇਰੇ ਗੁਰੂ ਨੇ ਬਖਸ਼ਿਆ ਹੈ। ਉਸ ਅਕਾਲ ਪੁਰਖ ਦਾ ਨਾਮ ਭਗਤ ਕਬੀਰ ਸਾਹਿਬ ਕਹਿੰਦੇ ਨੇ ਉਸ ਰੱਬ ਦਾ ਨਾਮ, ਪਰਮੇਸ਼ਰ ਦੀ ਬੰਦਗੀ, ਉਸਦੀ ਸਿਫਤ ਸਲਾਹ ਕਹਿੰਦੇ ਮੇਰੇ ਗੁਰੂ ਨੇ ਮੇਰੀ ਝੋਲੀ ਵਿੱਚ ਪਾ ਦਿੱਤੀ ਹੈ। ਨਾਮ ਅਤੇ ਗਿਆਨ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋਣਾ, ਕਿਉਂਕਿ ਗਿਆਨ ਵਿੱਚੋਂ ਨਾਮ ਦੀ ਪ੍ਰਾਪਤੀ ਹੈ। ਕਿਉਂਕਿ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮੰਦ ਰਹਿ ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਜਿਹੜਾ ਸੱਚਾ ਗਿਆਨ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਹੀ ਸਾਨੂੰ ਗਿਆਨ ਦੇਗਾ, ਔਰ ਗਿਆਨ ਤੋਂ ਬਿਨਾਂ ਇਹ ਮਨ ਨਹੀਂ ਟਿਕ ਸਕਦਾ। ਤਾਂ ਸੱਚਾ ਗਿਆਨ ਨਹੀਂ ਆਏਗਾ ਜਦੋਂ ਨਿਰਮਲ ਗਿਆਨ ਨਹੀਂ ਹੋਏਗਾ, ਨਿਰਛਲ ਗਿਆਨ ਨਹੀਂ ਹੋਏਗਾ, ਉਨਾ ਚਿਰ ਸਾਡਾ ਮਨ ਟਿਕ ਨਹੀਂ ਸਕਦਾ। ਛਲ ਵਾਲਾ ਗਿਆਨ, ਕਪਟ ਵਾਲਾ ਗਿਆਨ ਸਾਡੇ ਅੰਦਰ ਦੇ ਫੁਰਨਿਆਂ ਨੂੰ ਸ਼ਾਂਤ ਨਹੀਂ ਕਰ ਸਕਦਾ, ਸਾਡੇ ਅੰਦਰ ਨੂੰ ਟਿਕਾ ਨਹੀਂ ਸਕਦਾ। ਚੰਚਲਤਾ ਵਾਲਾ ਗਿਆਨ ਸਾਡੇ ਮਨ ਨੂੰ ਜਿਹੜਾ ਅਸਥਿਰ ਨਹੀਂ ਕਰ ਸਕਦਾ। ਸਾਨੂੰ ਗਿਆਨ ਚਾਹੀਦਾ, ਗੁਰੂ ਦਾ ਗਿਆਨ ਚਾਹੀਦਾ, ਪਰਮਾਤਮਾ ਦਾ। ਭਗਤ ਕਹਿੰਦੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਉਹ ਗੁਰੂ ਨੇ ਬਖਸ਼ਿਆ। ਸਰਬ ਸੁਖਾਂ ਕਾ ਏਕ ਹਰ ਸੁਆਮੀ ਸੋ ਗੁਰ ਨਾਮ ਦਿਓ। ਸੋ ਉਸ ਪਰਮਾਤਮਾ ਦਾ ਨਾਮ ਗੁਰੂ ਨੇ ਮੈਨੂੰ ਬਖਸ਼ਿਆ। ਕਹਿੰਦੇ ਸੰਤ ਪ੍ਰਹਲਾਦ ਕੀ ਪੈਜ ਜਨ ਰਾਖੀ ਹਰਨਾਕਸ ਨਖ ਬਿਦਰਿਓ। ਕਹਿੰਦੇ ਨੇ ਜਿਸ ਪਰਮਾਤਮਾ ਨੇ ਹਰਨਾਕਸ ਨੂੰ ਨਹੁੰਆਂ ਨਾਲ ਕਹਿੰਦੇ ਮਾਰ ਕੇ ਆਪਣੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ, ਉਸ ਪਰਮਾਤਮਾ ਦਾ ਨਾਮ, ਉਹ ਸੁੱਖਾਂ ਦੇ ਦਾਤੇ ਦਾ ਨਾਮ ਮੇਰੇ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ, ਮੈਨੂੰ ਉਸ ਨਾਮ ਦੀ ਪ੍ਰਾਪਤੀ ਹੋ ਗਈ। ਫਿਰ ਕਹਿਣ ਲੱਗੇ ਘਰ ਕੋ ਦੇਵ ਪੁੱਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ। ਆਖਣ ਲੱਗੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਪਿਤਾ ਪੁਰਖ ਹੀ ਛੱਡ ਦਿੱਤੀ ਹੈ, ਆਓ ਕਿ ਮੈਂ ਆਪਣੇ ਘਰ ਵਿੱਚ ਪੂਰੇ ਜਾਣ ਵਾਲੇ ਦੇਵਤੇ, ਜਿਹੜੇ ਪੂਜੇ ਜਾਣ ਵਾਲੇ ਦੇਵਤੇ ਸਨ, ਮੰਨੇ ਜਾਣ ਵਾਲੇ ਦੇਵਤੇ ਸਨ, ਕਹਿੰਦੇ ਨੇ ਉਹ ਛੱਡ ਬੈਠਾ ਹਾਂ। ਵੀ ਜੋ ਮੇਰੇ ਘਰ ਦੇ ਲੋਕ ਮੰਨਦੇ ਸਨ, ਜਿਹੜੀ ਪੂਜਾ 'ਚ ਲੱਗੇ ਹੋਏ ਸਨ, ਉਸ ਤਰ੍ਹਾਂ ਦੀ ਉਹ ਪੂਜਾ, ਉਸ ਤਰ੍ਹਾਂ ਦੀ ਉਹ ਕਿਰਤ, ਉਸ ਤਰ੍ਹਾਂ ਦਾ ਉਹ ਸੂਤਰ ਵਾਲਾ ਇੱਕ ਜਿਹੜਾ ਲੋਕਾਂ ਨੂੰ ਬੰਧਨਾਂ ਵਿੱਚ ਬੰਨ੍ਹਣ ਵਾਲਾ ਉਹ ਸੀ, ਉਹ ਬੰਧਨਾਂ 'ਚੋਂ ਮੈਂ ਆਜ਼ਾਦ ਹੋ ਗਿਆ। ਜਦੋਂ ਤੁਸੀਂ ਗੁਰਬਾਣੀ ਵਿੱਚ, ਭਗਤਾਂ ਦੀ ਬਾਣੀ ਵਿੱਚ, ਖਾਸ ਕਰਕੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੋਗੇ ਨਾ, ਤੇ ਉਹਨਾਂ ਦੀ ਬਾਣੀ ਵਿੱਚ ਕਈ ਇਸ ਤਰ੍ਹਾਂ ਦੇ ਸੰਦਰਭ ਦੇ ਵਿੱਚ ਗੱਲ ਆਈ, ਜਿਵੇਂ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮਰਗਸ਼ਾਲਾ ਪਰ ਬੈਠੇ ਕਬੀਰ। ਇਹਨਾਂ ਸ਼ਬਦਾਂ ਦੀ ਬਹੁਤ ਜ਼ਿਆਦਾ ਡੂੰਘਾਈ ਹੈ। ਜਿੱਥੇ ਤੱਕ ਅਸੀਂ ਸੋਚਦੇ ਹਾਂ ਉਸ ਤੋਂ ਵੀ ਕਿਤੇ ਜ਼ਿਆਦਾ ਗਹਿਰੀ ਹੈ। ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਉੱਥੇ ਗੰਗਾ ਜਿਹੜੀ ਹੈ ਨਾ ਭਗਤ ਕਬੀਰ ਸਾਹਿਬ ਦੇ ਵਾਸਤੇ, ਉਹ ਗੰਗਾ ਨਦੀ ਨਹੀਂ ਹੈ ਜਾਂ ਉਸਦੇ ਪਾਣੀ ਨਾਲ ਲਹਿਰਾਂ ਟੁੱਟਣ ਦੀ ਗੱਲ ਨਹੀਂ। ਉਹ ਜਿਹੜੀ ਜੰਜੀਰਾਂ ਨੇ ਲੋਹੇ ਦੀ ਸੰਗਲ, ਉਹ ਸੰਗਲ ਜਿਹੜੇ ਕਰਮਕਾਂਡੀ ਦੇ ਸੰਗਲ ਨੇ,
ਉਹ ਵਿਖਾਵੇ ਦੇ ਸੰਗਲ ਨੇ, ਦੇਵੀ ਦੇਵਤਿਆਂ ਦੀ ਪੂਜਾ ਵਾਲੇ ਸੰਗਲ ਨੇ। ਔਰ ਜਦੋਂ ਆਪਾਂ ਗੁਰਬਾਣੀ ਨੂੰ ਵਾਚਾਂਗੇ ਨਾ, ਗੰਗਾ ਦੀ ਲਹਿਰ ਤੇ ਗੰਗਾ ਜਲ ਗੁਰੂ ਗੋਬਿੰਦ ਨਾਮ ਹੈ ਭਗਤਾਂ ਵਾਸਤੇ, ਉਹ ਗੰਗਾ ਦਾ ਜਲ ਨਹੀਂ ਹੈ। ਉਹਨਾਂ ਦੇ ਵਾਸਤੇ ਗੰਗਾ ਜਲ ਗੁਰੂ ਗੋਬਿੰਦ ਨਾਮ ਹੈ। ਔਰ ਉਸ ਗੋਬਿੰਦ ਦੇ ਨਾਮ ਨੇ ਉਹ ਜਿਹੜੇ ਸੰਗਲ ਸਨ ਨਾ ਦੇਵੀ ਦੇਵਤਿਆਂ ਵਾਲੇ, ਉਹ ਸਾਰੇ ਤੋੜ ਦਿੱਤੇ ਭਗਤਾਂ ਨੇ ਇਹ ਵਿਚਾਰ ਕੇ, ਤਾਂ ਉਹ ਉਪਰਾਮ ਹੋਏ ਜੀਵਨ ਵਿੱਚ। ਆਪਾਂ ਸੋਚਦੇ ਵੀ ਸ਼ਾਇਦ ਜੋ ਗੰਗਾ ਦੀ ਲਹਿਰ ਨੇ ਭਗਤ ਕਬੀਰ ਸਾਹਿਬ ਦੀ ਜੰਜੀਰਾ, ਔਰ ਕਈ ਵਾਰੀ ਮੇਰੇ ਵਰਗੇ ਪ੍ਰਚਾਰਕ ਵੀ ਬੜੇ ਰਸ ਲੈ ਲੈ ਕੇ ਕਹਾਣੀ ਬਣਾ ਕੇ ਸੁਣਾ ਦਿੰਦੇ, ਲੋਕਾਂ ਨੂੰ ਬੜਾ ਰਸ ਆਉਂਦਾ ਵੀ ਬਾਕੀ ਗੱਲ ਤਾਂ ਠੀਕ ਹੈ ਵੀ ਗੰਗਾ ਦੀ ਲਹਿਰਾਂ ਵਿੱਚ ਇਤਨੀ ਸ਼ਕਤੀ ਸੀ ਵੀ ਭਗਤ ਕਬੀਰ ਸਾਹਿਬ ਜੀ ਦੀ ਜੰਜੀਰਾਂ ਖੋਲ੍ਹ ਦਿੱਤੀਆਂ। ਉਹ ਜਿਹੜੇ ਸੰਗਲ ਲੋਹੇ ਦੇ ਬੰਨੇ ਸਨ ਉਹ ਤੋੜ ਦਿੱਤੇ। ਨਹੀਂ, ਸੰਗਲ ਤਾਂ ਪਏ ਹੋਏ ਸਨ ਉਹ ਕਰਮਕਾਂਡੀ ਜੀਵਨ ਦੇ, ਸੰਗਲ ਤਾਂ ਪਏ ਹੋਏ ਸਨ ਦੇਵੀ ਦੇਵਤਿਆਂ ਦੀ ਪੂਜਾ ਦੇ। ਪਿਤਾ ਪੁਰਖੀ ਜੋ ਕੀਤਾ ਚੱਲ ਉਸਦੇ ਜਿਹੜੇ ਸੰਗਲ ਸਨ ਉਹ ਭਗਤ ਕਬੀਰ ਸਾਹਿਬ ਨੇ ਮੇਰੇ ਸਾਰੇ ਪ੍ਰਭੂ ਦੇ ਨਾਮ ਨੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਸਾਰੇ ਤੋੜ ਦਿੱਤੇ। ਨਾਮ ਹੀ ਸਾਡੇ ਸੰਗਲ ਤੋੜ ਸਕਦਾ ਹੈ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਘਰ ਕੋ ਦੇਵ ਪੁੱਤਰ ਕੀ ਛੋਡੀ ਗੁਰ ਕੋ ਸ਼ਬਦ ਲਿਓ। ਆਖਣ ਲੱਗੇ ਮੈਂ ਪਿਤਾ ਪੁਰਖੀ ਛੱਡ ਦਿੱਤੀ ਹੈ, ਮੈਂ ਆਪਣੇ ਘਰ ਵਿੱਚ ਪੂਜੇ ਜਾਣ ਵਾਲੇ ਜਿਹੜੇ ਦੇਵੀ ਦੇਵਤੇ ਨੇ ਜਾਂ ਬ੍ਰਾਹਮਣ ਹੈ ਉਹਨੂੰ ਛੱਡ ਬੈਠਾ ਹਾਂ। ਕਿਉਂਕਿ ਲੋਕ ਜਿਹੜੇ ਨੇ ਨਾ ਉਸ ਵੇਲੇ ਬ੍ਰਾਹਮਣ ਨੂੰ ਆਪਣਾ ਗੁਰੂ ਮੰਨਦੇ ਸਨ, क्योंकि ब्राह्मण गुरु है जगत का भगतन का गुरु ना है। वो पंडित वो ब्राह्मण कहते भगत कबीर साहब कहते वो जगत का गुरु हो सकता है पर भगतां दा गुरु नहीं है। जिन्होंने भगती करनी जिन्होंने नाम जपना उन्हों का गुरु नहीं है। इस करके कहते ने वो मैं सब छड्ड बैठा हाँ। पिता पुरखी आओ वो देवी देवतियां की पूजा पंडित नूं गुरु मनना ये सब कुछ छड्ड बैठा हाँ। ये वाली करत मैं छड्ड बैठा हाँ। इस करके मेरी मां नूं दुख है। तुसीं देखो ना जदों असीं कई बारी समाजिक रहो रीतां चों उपर आ जाने हाँ, जदों असीं गुरु साहब जी की विचारधारा दे धारनी हो जाने हाँ तो जिथे कि आले दुआले परेशानी कई बार सानू भी लगता भी लोग की कहणगे। साडी मत भी तो कहती मत रूपी माँ भी लोग की कहणगे, लोग कहणगे देखे तो जो दूजे पासे तुर गया ये तो कमला तो झल्ला हो गया। पिछे आप शब्द विचार के आए ना, मेरे बाबा मैं बोरा सब खलक सियाणी मैं बोरा। उत्थे स्पष्ट किया ना कबीर साहब ने भी लोग कहते भी कबीर तो झल्ला हो गया। ये मत नूं सारा संबोधन है। तो भगत जी कहते हैं सतगुरु का शब्द ही मैं धारण किया है। गुरु को शब्द लियो, गुरु का शब्द मैं ले लिया पाओ धारण कर लिया। कहत कबीर सगल पाप खंडन संतां लै उधरियो। भगत कबीर साहब आखते ने कहते प्रभु ही सारे पापां का नाश करन वाला है। ते सत संगत विच उसका नाम सिमर के मैं संसार सागर तो पार लंघ रहा हाँ। मैं लंघ गया हाँ, पार हो गया हाँ। असी लंघ सकते हैं उसका नाम जप के सत्संगत विच बैठ के गुरु का संग करके संतां लै उधरियो। संता पाओ सत गुरुमुख जनां दी संगत विचों, क्योंकि यही वो थां है जिथे अपने आप दे पापां नूं धोता जा सकता है। इनू महाराज कहने रामदास सरोवर नाते सब उतरे पाप कमाते। ये राम दे दासां दा सरोवर है, सत्संगत संतां लै उधरियो है। इत्थे तां गुरमुखां दे संगत विच बैठ के गुरु ग्रंथ साहिब जी दी विचारधारा दे मुताबिक जीवन जी के असीं इन्हां सारियां चीज़ां विचों पार हो सकते हाँ। इस संसार सागर दे विचों भी पार हो सकते हैं जिथे कि चिंतावां झोरे मिथन मोह अगन सोग सागर की खेड बरत रही है। मिथ्या मोह नासवंत पदार्थों का मोह है। और जो इत्थे जो तृष्णा की अग है, चिंता का समुंदर है, ਇਹਦੇ ਵਿੱਚੋਂ ਅਸੀਂ लंघ सकते हैं। तो वो गुरु के शब्द के राही गुरु की विचारधारा राही इन्हां चीज़ों विचों आज़ाद हो सकते हैं। और ਜਿਹੜੇ ਜਿਹੜੇ ਅਸੀਂ ਕਰਮਕਾਂਡੀ ਜੀਵਨ ਜੀਂਦੇ ਹਾਂ ਜਾਂ ਜਿਹੜੇ ਸੰਗਲ ਸਾਨੂੰ ਪਿਤਾ ਪੁਰਖੀ ਪਏ ਹੋਏ ਹਨ, ਜਿਵੇਂ ਅਸੀਂ ਕਹਿੰਦੇ ਨਾ ਕੋਈ ਵੀ ਕੰਮ ਹੋਵੇ ਸਾਡੇ ਤਾਂ ਜੀ ਪਰਿਵਾਰ ਦੀ ਇਹ ਰੀਤ ਚਲੀ ਆ ਰਹੀ। सिखा रीत तेरे परिवार की नहीं, रीत जे गुरु का सिख है तो गुरु की रीत होनी चाहिए। तेरे परिवार की रीतां की होंदियां? जे तू गुरु नानक के घर दे विच आके मत्था ही टेक लिया, गुरु नूं आके नकमस्तक ही हो गया, फिर तेरे परिवार की कोई रीत नहीं। रीत फिर गुरु की चलेगी, तेरी रीत नहीं चलेगी। इत्थे बहुत सारे लोग, एक बंदा आनंद कारज सी ते उन्होंने कोई कहते साडे परिवार की रीत ते मैं कि गुरु हजूरी ते नहीं हो सकती। वो कई महीने मेरे नाल नहीं बोले, फिर तुसीं सानू रीत नहीं, हुण भी कई बार मिलते तुसीं सानू रीत नहीं करन दित्ती गुरुद्वारे विच। साडे परिवार की रीत सी, क्योंकि गुरु मर्यादा अनुसार तो रीत हो नहीं सकती ना गुरुद्वारे विच।
ਹੋਏਗੀ ਤੁਹਾਡੇ ਪਰਿਵਾਰ ਦੀ ਰੀਤ, ਪਰ ਗੁਰਮਤ ਵਿੱਚ ਉਹ ਰੀਤਾਂ ਪਰਿਵਾਰ ਨਹੀਂ। ਕਿਉਂ ਗੁਰਮਤ ਕੋ ਸੌਦਾ ਕਰ ਜਾਣਾ, ਕੁਛ ਲੈ ਕੇ ਕੁਛ ਦੇ ਨਹੀਂ ਜਾਣਾ। ਕਹਿੰਦੇ ਇਹ ਤੋਂ ਦਾਤ ਖਸਮ ਕੀ, ਲੈਣ ਦੇਣ ਇਹ ਬਾਤ ਰਸਮ ਦੀ। ਭਾਈ ਕਨ੍ਹਈਆ ਜੀ ਕਹਿੰਦੇ ਇਹ ਲੈਣਾ ਦੇਣਾ ਇਹ ਸੰਸਾਰ ਦੀਆਂ ਰਸਮਾਂ ਨੇ, ਇਹ ਤੇ ਦਾਤ ਖਸਮ ਦੀ ਹੈ। ਜਿਹੜੀ ਗੁਰਮਤ ਕੋਈ ਸੌਦਾਬਾਜ਼ੀ ਥੋੜ੍ਹੀ ਹੈ ਵੀ ਆਪਾਂ ਸੌਦਾਬਾਜ਼ੀ ਕਰਾਂਗੇ ਇੱਥੇ ਆ ਕੇ ਵੀ। ਇੱਥੇ ਤਾਂ ਸਿਰ ਝੁਕਾਉਣਾ ਹੀ ਬਣਦਾ ਹੈ, ਇੱਥੇ ਤਾਂ ਆਪਣੇ ਆਪ ਅਰਪਣ ਕਰਨਾ ਹੀ ਬਣਦਾ ਹੈ। ਭਗਤ ਕਬੀਰ ਸਾਹਿਬ ਨੇ ਇਸ ਤਰ੍ਹਾਂ ਦੀ ਵਿਚਾਰ ਅੱਜ ਦੇ ਸ਼ਬਦ ਵਿੱਚ ਸਾਡੇ ਸਾਹਮਣੇ ਰੱਖੀ ਹੈ ਕਿ ਮੈਂ ਪਿਤਾ ਪੁਰਖੀ ਛੱਡ ਦਿੱਤੀ ਹੈ। ਭਾਵ ਆਪਣੇ ਘਰ ਵਿੱਚ ਪੂਜੇ ਜਾਣ ਵਾਲੇ ਜਿਹੜੇ ਦੇਵੀ ਦੇਵਤੇ ਸਨ ਉਹਨਾਂ ਨੂੰ ਤਿਆਗ ਦਿੱਤਾ ਹੈ, ਅਤੇ ਹੁਣ ਮੈਂ ਕੇਵਲ ਸਤਿਗੁਰ ਦਾ ਸ਼ਬਦ ਜਿਹੜਾ ਹੈ ਉਹ ਧਾਰਨ ਕੀਤਾ ਹੈ। ਔਰ ਪ੍ਰਭੂ ਦੇ ਨਾਮ ਨਾਲ ਜੁੜਿਆ, ਜਿਹੜੇ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਔਰ ਇਹ ਸੰਸਾਰ ਸਮੁੰਦਰ ਵਿੱਚੋਂ ਪਾਰ ਕਰਨ ਵਾਲਾ ਨਾਮ ਹੈ। ਮੈਂ ਉਸ ਨਾਮ ਦੇ ਨਾਲ ਜੁੜ ਗਿਆ ਹਾਂ। ਇਸ ਤਰ੍ਹਾਂ ਦੀ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਰਾਹੀਂ ਸਾਡੇ ਸਮਕਸ਼ ਰੱਖੀ। ਸਮਾਂ ਵੀ ਵਧੇਰੇ ਹੋ ਗਿਆ, ਇਤਨੀਆਂ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।